यूएसए टाइम्स ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਇੱਕ ਮੁੱਦਾ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਆਪਾਂ ਸਭ ਤੋਂ ਪਹਿਲਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ। ਚੈਟ ਜੀਪੀਟੀ ਦੇ ਸੀਈਓ ਨੇ ਇੱਕ ਗੱਲਬਾਤ ਕਹੀ ਹੈ, ਉਹ ਆਪਾਂ ਗੱਲਬਾਤ ਸਾਂਝੀ ਕਰਨੀ ਆ। ਦੂਜਾ ਮੁੱਦਾ ਆਪਾਂ ਸਾਂਝਾ ਕਰਨਾ ਕਿ ਪ੍ਰੈਜ਼ੀਡੈਂਟ ਬਾਈਡਨ ਅੱਜ ਏਸ਼ੀਆ ਦੇ ਦੌਰੇ 'ਤੇ ਗਏ ਆ ਤੇ ਉਹ ਦੌਰਾ ਉਹਨਾਂ ਨੇ ਛੋਟਾ ਕਰਤਾ ਆਪਣਾ। ਕੀ ਗੱਲਬਾਤ ਆ ਇਹ ਸਾਂਝੀ ਕਰਾਂਗੇ। ਇੱਕ ਗੱਲਬਾਤ ਕਰਨੀ ਹੈ ਕਿ ਜਿਹੜੇ ਜੋ ਬਾਈਡਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਦੇ ਘਰ ਦੇ ਵਿੱਚ ਕੋਈ ਅਣਪਛਾਤਾ ਵਿਅਕਤੀ ਦਾਖਲ ਹੋ ਗਿਆ, ਇਹ ਕੀ ਮਾਮਲਾ ਆ। ਤੇ ਇੱਕ ਗੱਲਬਾਤ ਆਪਾਂ ਕਰਨੀ ਆ ਅੱਜ ਕਿ ਜਿਹੜੇ ਕੋਲੋਰਾਡੋ ਰਿਵਰ ਆ ਉਹਦੇ ਬਾਰੇ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆ। ਦੋਸਤੋ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਕੁਝ ਮਹੱਤਵਪੂਰਨ ਗੱਲਾਂ ਬਾਤਾਂ ਸਾਡੇ ਸਾਹਮਣੇ ਆ ਰਹੀਆਂ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਬਣਾਉਣ ਵਾਲੇ ਆਪ ਹੀ ਚਿੰਤਾ ਦੇ ਵਿੱਚ ਨੇ। ਪਿਛਲੇ ਕੁਝ ਮਹੀਨਿਆਂ ਦੇ ਵਿੱਚ AI ਦੇ ਕਈ ਮਾਡਲ ਬਾਜ਼ਾਰ ਦੇ ਵਿੱਚ ਆਏ ਆ। ਇੱਥੇ ਲੋਕਾਂ ਨੇ ਇਹਨੂੰ ਲੈ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਕਈ ਖਦਸ਼ੇ ਜਿਹੜੇ ਆ ਜ਼ਾਹਰ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਇਹਦੇ ਨਾਲ ਹੋਣਾ ਤਾਂ ਭਲਾ ਚਾਹੀਦਾ। ਆਰਟੀਫਿਸ਼ੀਅਲ ਇੰਟੈਲੀਜੈਂਸ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਦੇ ਭਲੇ ਦੇ ਲਈ ਬਣਾਈ ਗਈ ਹੈ ਤੇ ਮਨੁੱਖ ਦੇ ਭਲੇ ਲਈ ਵਰਤੀ ਜਾਂਦੀ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇੱਕ ਮਹੱਤਵਪੂਰਨ ਨੁਕਸਾਨ ਹੋ ਸਕਦਾ ਜਾਂ ਇੱਦਾਂ ਹੋ ਸਕਦਾ ਕਿ ਕੰਪਿਊਟਰ ਜਿਹੜੇ ਆ ਉਹ ਇੱਦਾਂ ਟ੍ਰੇਨ ਕਰਦੇ ਕੰਪਿਊਟਰ ਨੂੰ ਇੰਨਾ ਟ੍ਰੇਨ ਕਰ ਦਿਓਗੇ ਕਿ ਇਹ ਮਨੁੱਖ ਨਾਲੋਂ ਜ਼ਿਆਦਾ ਹੁਸ਼ਿਆਰ ਹੋ ਜਾਣਗੇ। ਤੇ ਜਦੋਂ ਇਹੋ ਜਿਹੀ ਸਥਿਤੀ ਪੈਦਾ ਹੋਗੀ ਉਸ ਵੇਲੇ ਫਿਰ ਸੰਕਟ ਪੈਦਾ ਹੋ ਸਕਦਾ। ਜਿਸ ਤਰੀਕੇ ਦੇ ਨਾਲ ਨਵੰਬਰ ਦੇ ਵਿੱਚ ਜਿਹੜੀ ਚੈਟ ਜੀਪੀਟੀ ਓਪਨ AI ਨੇ ਬਣਾਇਆ ਚੈਟ ਜੀਪੀਟੀ, ਉਹਦੇ ਤੋਂ ਬਾਅਦ ਇਹ ਗੱਲਬਾਤ ਜ਼ਿਆਦਾ ਸਾਹਮਣੇ ਆਉਣ ਲੱਗ ਪਈ ਆ। ਡਰ ਕੀ ਆ ਅਸਲ ਦੇ ਵਿੱਚ? ਇਹ ਖਬਰ ਜਾਂ ਡਰ ਐਡਾ ਵੱਡਾ ਆ, ਕਹਿੰਦੇ ਇਹਨੇ ਇੰਨਾ ਨੁਕਸਾਨ ਕਰਨਾ ਜਿੰਨਾ ਪੈਂਡੈਮਿਕ ਨਹੀਂ ਕਰਦੀ। ਜਿੰਨਾ ਪੈਂਡੈਮਿਕ ਨੁਕਸਾਨ ਕਰ ਸਕਦੀ ਆ ਉੱਡਾ ਹੀ ਨੁਕਸਾਨ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਮਨੁੱਖਤਾ ਦਾ ਕਰ ਸਕਦੀ ਆ। ਪਿਛਲੇ ਮਹੀਨੇ 1000 ਦੇ ਕਰੀਬ ਜਿਹੜੇ ਮਾਹਰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਹਨਾਂ ਨੇ ਇਹਦੀ ਡਿਵੈਲਪਮੈਂਟ ਦੇ ਉੱਤੇ ਰੋਕ ਲਾਉਣ ਦੀ ਮੰਗ ਕੀਤੀ ਸੀ ਵੀ ਇਹਨੂੰ ਰੋਕੋ, ਨਹੀਂ ਤਾਂ ਦੁਨੀਆ ਇਹ ਨਹੀਂ ਰਹਿਣੀ ਜੋ ਕੁਛ ਇਸ ਵੇਲੇ ਹੈਗੀ ਆ। ਜਿਹੜੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਇਹ ਦੌੜ ਜਿਹੜੀ ਆ ਬੇਕਾਬੂ ਹੋਈ ਜਾਂਦੀ ਆ, ਕਿ ਜਿੰਨੀ ਤੁਸੀਂ ਦੌੜ ਇਹ ਕਰੀ ਜਾਂਦੇ ਆ, ਇਹਨੂੰ ਜਿੰਨਾ ਜ਼ਿਆਦਾ ਇਹਨੂੰ ਕਰੀ ਜਾਂਦੇ ਉਨੀ ਇਹ ਬੇਕਾਬੂ ਹੋਈ ਜਾਂਦੀ ਆ ਔਰ ਇਹਦਾ ਅੰਤ ਕੋਈ ਨਹੀਂ। ਹੁਣ ਗੱਲਬਾਤ ਇਹ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਕੀ ਆ ਤੇ ਕੰਮ ਕਿੱਦਾਂ ਕਰਦੀ ਆ, ਪਰ ਰੌਲਾ ਇਹ ਆ ਵੀ ਲੋਕ ਇਹਦੇ ਤੋਂ ਡਰੇ ਕਿਉਂ ਆ। ਜਿਹੜੇ ਚੈਟ ਜੀਪੀਟੀ ਦੇ ਨਿਰਮਾਤਾ ਨੇ, ਚੈਟ ਜੀਪੀਟੀ ਜਿਹੜੀ ਸਭ ਤੋਂ ਵੱਧ ਇਸ ਵੇਲੇ ਪੋਪੂਲਰ ਹੋਇਆ ਇਹ ਚੈਟ ਬੋਰਡ, ਉਹਨੂੰ ਬਣਾਉਣ ਵਾਲੇ ਕਹਿ ਰਹੇ ਆ ਕਿ ਇਹਨੂੰ ਨਿਯਮਿਤ ਕਰ ਦਿਓ, ਇਹਦੇ ਉੱਤੇ ਕੋਈ ਨਾ ਕੋਈ ਕੰਟਰੋਲ ਹੋ ਜੂ। ਓਪਨ AI ਚੈਟ ਜੀਪੀਟੀ ਬਣਾਉਣ ਵਾਲੀ ਕੰਪਨੀ ਦੇ CEO ਆ ਜਿਹੜੇ ਸੈਮ ਆਲਟਮੈਨ, ਉਹਨਾਂ ਨੇ ਇਹਦੇ ਚੈਟ ਬੋਰਡ ਬਾਰੇ USA ਦੇ ਸੰਸਦ ਮੈਂਬਰਾਂ ਨੂੰ ਇਹ ਗੱਲ ਕਹੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਨਿਯਮਿਤ ਕਰੋ। ਓਪਨ AI ਚੈਟ ਜੀਪੀਟੀ ਬਣਾਉਣ ਵਾਲੀ ਕੰਪਨੀ ਆ। ਸੈਮ ਆਲਟਮੈਨ ਨੇ ਇੱਕ ਸੈਨੇਟ ਦੀ ਕਮੇਟੀ ਦੇ ਅੱਗੇ ਟੈਕਨੋਲੋਜੀ ਦੀਆਂ ਇਹਦੀਆਂ ਜਿਹੜੀਆਂ ਨਵੀਆਂ ਸੰਭਾਵਨਾਵਾਂ ਆ ਤੇ ਇਹਦੀਆਂ ਜਿਹੜੀਆਂ ਕਮੀਆਂ ਆ ਉਹਦੇ ਬਾਰੇ ਜਾਣਕਾਰੀ ਦਿੱਤੀ ਆ। ਹੁਣ ਹੋਇਆ ਕੀ ਆ, ਇਹ ਚੈਟ ਜੀਪੀਟੀ ਹੈ ਕਿ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਈ ਵਾਰੀ, ਤੁਸੀਂ ਕੰਪਿਊਟਰ ਦੇ ਉੱਤੇ ਕੋਈ ਵੀ ਗੱਲ ਲਿਖ ਦਿਓ, ਕੰਪਿਊਟਰ ਨੂੰ ਦੱਸ ਦਿਓ, ਉਹ ਤੁਹਾਨੂੰ ਉਹਦਾ ਜਵਾਬ ਉਸੇ ਵੇਲੇ ਦੇ ਦਿੰਦਾ। ਜਿਹੜੀ ਮਰਜ਼ੀ ਗੱਲ ਦੱਸ ਦਿਓ, ਉਸੇ ਗੱਲ ਦਾ ਜਵਾਬ, ਔਰ ਤੁਹਾਡੇ ਨਾਲ ਗੱਲਬਾਤ ਕਰਦਾ ਕੰਪਿਊਟਰ ਲਿਖ ਕੇ ਕਿ ਆਹ ਗੱਲ ਇੱਦਾਂ ਹੋ ਸਕਦੀ ਆ, ਆਹ ਗੱਲ ਇੱਦਾਂ ਹੋ ਸਕਦੀ ਹੈ, ਇਹਦਾ ਹੱਲ ਆਹ ਹੋ ਸਕਦਾ, ਇਹਦਾ ਹੱਲ ਆਹ ਹੋ ਸਕਦਾ। ਹੁਣ ਇਹਨੇ ਸਾਰੀ ਦੀ ਸਾਰੀ ਐਜੂਕੇਸ਼ਨ ਨੂੰ ਚੇਂਜ ਕਰਕੇ ਰੱਖ ਦਿੱਤਾ। ਟੀਚਰ ਜਿਹੜਾ ਵੀ ਕੰਮ ਨਿਆਣਿਆਂ ਨੂੰ ਦਊਗਾ ਇੱਕ ਐਗਜ਼ਾਮਪਲ ਵਜੋਂ, ਉਹ ਕੰਪਿਊਟਰ ਦੇ ਉੱਤੇ ਲਿਖ ਕੇ ਤੇ ਟੀਚਰ ਦੇ ਮੂਹਰੇ ਦੇ ਦੇਣਗੇ, ਸਾਰੇ ਦਾ ਸਾਰਾ ਜਵਾਬ ਪਿਆ। ਜੇ ਸਾਰੇ ਜਵਾਬ ਕੰਪਿਊਟਰ ਉਸੇ ਵੇਲੇ ਦੇਈ ਜਾਂਦਾ ਤੁਹਾਡੇ ਨਾਲ, ਤੁਹਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ, ਤਾਂ ਪੜ੍ਹਨ ਦੀ ਕਿੰਨੀ ਕੁ ਲੋੜ ਰਹਿ ਜਾਊਗੀ ਜਾਂ ਕੀ ਇਹਦੀਆਂ ਸੰਭਾਵਨਾਵਾਂ ਰਹਿਣਗੀਆਂ। ਜਿੰਨੀਆਂ ਨੌਕਰੀਆਂ ਇਸ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜਾਣੀਆਂ ਆ, ਖਾਸ ਕਰ ਜਿਹੜੇ ਇਹ ਚੈਟ ਜੀਪੀਟੀ ਵਰਗੇ ਪਲੇਟਫਾਰਮ ਆ ਰਹੇ ਆ, ਜਿੰਨੀਆਂ ਮਹਾਮਾਰੀ ਦੇ ਵਿੱਚ ਗਈਆਂ ਓਨੀਆਂ ਨੌਕਰੀਆਂ ਜਾ ਸਕਦੀਆਂ, ਤੇ ਹਾਲਤ ਦੇਖ ਲਓ ਦੁਨੀਆ ਦੀ ਕੀ ਹੋਊਗੀ। ਹੁਣ ਕਿਹਾ ਇਹ ਜਾ ਰਿਹਾ ਵੀ ਹੁਣ ਹਰੇਕ ਹੀ ਬਣਾਈ ਜਾਂਦਾ ਆਪਣਾ ਹੀ, ਤੇ ਇਹਦੀ ਕੋਈ ਇਹਦਾ ਏਜੰਸੀ ਬਣਾਈ ਜਾਣੀ ਚਾਹੀਦੀ ਜਿਹੜੀ ਇਹਨੂੰ ਲਾਇਸੈਂਸ ਦੇਵੇ। ਮਨੁੱਖ ਦੇ ਸਵਾਲਾਂ ਦੇ ਜਵਾਬ ਵੱਡੇ ਪੱਧਰ ਦੇ ਉੱਤੇ ਮਨੁੱਖ ਵੱਲ ਨੂੰ ਜਵਾਬ ਦਿੰਦੇ ਆ, ਤੇ ਇਹ ਵੀ ਹੋ ਸਕਦਾ ਵੀ ਉਹ ਇਨਫੋਰਮੇਸ਼ਨ ਫਿਰ ਗਲਤ ਹੋਵੇ। ਤੁਸੀਂ ਕਿਸੇ ਕੰਪਿਊਟਰ ਨੂੰ ਜਦੋਂ ਇਹ ਕੋਈ ਗੱਲ ਪੁੱਛਦੇ ਆ ਤਾਂ ਜ਼ਰੂਰੀ ਨਹੀਂ ਉਹਦਾ ਜਿਹੜਾ ਜਵਾਬ ਆ ਉਹ ਸਹੀ ਦੇਵੇ। ਮਨੁੱਖ ਨਿਰਭਰ ਸਾਰਾ ਕੰਪਿਊਟਰ ਦੇ ਉੱਤੇ ਕਰ ਰਿਹਾ, ਤੇ ਜੇ ਉਹਨੂੰ ਇਹ ਨਹੀਂ ਪਤਾ ਲੱਗੂਗਾ ਕਿ ਇਹਦਾ ਸਹੀ ਜਵਾਬ ਕੀ ਆ ਤਾਂ ਗਲਤ ਜਵਾਬ ਕੀ ਆ, ਤਾਂ ਕੁਦਰਤੀ ਆ ਕਿ ਇੱਕ ਤਰ੍ਹਾਂ ਦੀ ਤਬਾਹੀ ਦੁਨੀਆ ਦੇ ਵਿੱਚ ਮਚ ਜਾਊਗੀ।
ਜਿਹੜੇ ਵਿਗਿਆਨੀ ਅੱਜ ਤੋਂ ਕਾਫੀ ਸਮਾਂ ਪਹਿਲਾਂ ਇਹ ਕਹਿੰਦੇ ਸੀ ਕਿ ਮਨੁੱਖਤਾ ਦੀ ਤਬਾਹੀ ਦੇ ਕੀ ਕਾਰਨ ਹੋ ਸਕਦੇ ਆ, ਉਹਦੇ ਵਿੱਚੋਂ ਇੱਕ ਖਤਰਾ ਉਹਨਾਂ ਨੇ ਇਹ ਦੱਸਿਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਮਨੁੱਖਤਾ ਦੀ ਤਬਾਹੀ ਦੇ ਲਈ ਖਤਰਾ ਹੋਊਗਾ, ਜਾਣੀ ਕਿ ਕੰਪਿਊਟਰ ਨੂੰ ਮਨੁੱਖ ਨਾਲੋਂ ਜ਼ਿਆਦਾ ਤੇਜ਼ ਬਣਾ ਦੇਣਾ। ਤੇ ਇਹ ਇੱਕ ਵੱਡੀ ਗੱਲਬਾਤ ਇਸ ਵੇਲੇ ਸਾਹਮਣੇ ਆ ਰਹੀ ਆ। ਜਿਹੜੀ ਆਰਥਿਕਤਾ ਆ ਉਹਦੇ ਉੱਤੇ ਵੀ ਇਹਦਾ ਪ੍ਰਭਾਵ ਪਊਗਾ। ਨੌਕਰੀਆਂ ਖਤਮ ਹੋ ਜਾਣਗੀਆਂ ਜਾਂ ਬਦਲ ਜਾਣਗੀਆਂ, ਲੋਕਾਂ ਨੂੰ ਨੌਕਰੀਆਂ ਗਵਾਉਣੀਆਂ ਪੈ ਸਕਦੀਆਂ। ਨੌਕਰੀਆਂ 'ਤੇ ਅਸਰ ਬਹੁਤ ਸਿੱਧਾ ਇਹਦਾ ਪੈਣਾ ਆ। ਜਿਹੜੀ ਇੱਕ ਜਿੱਦਾਂ ਹੁਣ ਕਿਹਾ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਇੱਕ ਏਜੰਸੀ ਬਣਾਈ ਜਾ ਸਕਦੀ ਹੈ ਜਿਹੜੀ AI ਨੂੰ ਕੰਟਰੋਲ ਕਰੇ, ਇਹਨੂੰ ਕਿਹੜੀ ਕੰਪਨੀ ਨੂੰ ਪਰਮਿਟ ਦੇਣਾ, ਕਿਹੜੀ ਨੂੰ ਨਹੀਂ ਦੇਣਾ, ਕਿਹਦਾ ਪਰਮਿਟ ਖੋਹ ਲੈਣਾ, ਇਹਦੇ ਵਿੱਚ ਸ਼ਾਮਲ ਕੀਤਾ ਜਾਵੇ। ਇਹਨਾਂ ਦਾ ਆਡਿਟ ਕੀਤਾ ਜਾਣਾ ਚਾਹੀਦਾ ਇੰਡੀਪੈਂਡੈਂਟ ਤੌਰ ਦੇ ਉੱਤੇ। ਜਿਹੜੇ ਕੁਝ ਸੈਨੇਟਰ ਆ ਉਹਨਾਂ ਨੇ ਇਹ ਵੀ ਦਲੀਲ ਦਿੱਤੀ ਆ ਕਿ ਜਿਹੜਾ ਲੋਕ ਆ, ਜਿਹੜੀ ਓਪਨ AI ਆ, ਇਹਦੇ ਉੱਤੇ ਮੁਕੱਦਮਾ ਕਰਨਾ ਸੌਖਾ ਬਣਾਉਣਾ ਚਾਹੀਦਾ ਤੇ ਨਵੇਂ ਕਾਨੂੰਨ ਬਣਾਉਣ ਦੀ ਲੋੜ ਆ। ਰਿਪਬਲਿਕਨ ਜਿਹੜੇ ਹੈਗੇ ਆ ਉਹਨਾਂ ਨੇ ਕੁਝ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਕਿ ਕ੍ਰਾਂਤੀਕਾਰੀ ਹੋ ਸਕਦੀ ਆ, ਪਰ ਇਹ ਤੁਹਾਨੂੰ ਪਤਾ ਕਿ ਟੈਕਨੋਲੋਜੀ ਮਨੁੱਖ ਦੇ ਭਲੇ ਲਈ ਹੋ ਸਕਦੀ ਹੈ, ਪਰ ਇਸੇ ਟੈਕਨੋਲੋਜੀ ਦੇ ਨਾਲ ਪਰਮਾਣੂ ਬੰਬ ਵੀ ਬਣਿਆ ਤੇ ਜਿਹਨੇ ਦੁਨੀਆ ਦੇ ਉੱਤੇ ਤਬਾਹੀ ਮਚਾਈ ਆ। ਜਿਹੜੀ ਸਭ ਤੋਂ ਵੱਡੀ ਗੱਲ ਬਾਰ-ਬਾਰ ਕਹੀ ਜਾ ਰਹੀ ਆ, ਮਹਾਮਾਰੀ ਨਾਲੋਂ ਵੱਡਾ ਆਰਥਿਕ ਪ੍ਰਭਾਵ ਇਸ ਚੀਜ਼ ਦਾ ਲੋਕਾਂ ਦੇ ਉੱਤੇ ਪੈਣਾ। ਜਿਹੜੇ ਇੱਕ ਇਮਾਦ ਮੁਸ਼ਤਾਕ ਨੇ, ਇੱਕ ਸਟੈਬਿਲਿਟੀ AI ਬ੍ਰਿਟਿਸ਼ ਦੇ ਫਰਮ ਦੇ ਸੰਸਥਾਪਕ ਆ, ਉਹ ਜਿਹੜੀ ਡਿਫਿਊਜ਼ਨ ਦਾ ਕੰਮ ਕਰਦੀ ਆ। ਇੱਕ ਟੂਲ ਮਤਲਬ ਜਿਹੜਾ ਆਨਲਾਈਨ ਤਸਵੀਰਾਂ ਮਿਲਦਾ ਉਹਨੂੰ ਦੇਖ ਕੇ ਸਧਾਰਨ ਜਿਹੜੀ ਟੈਕਸਟ ਆ ਉਹਦੇ ਜਿਹੜੇ ਤੁਹਾਨੂੰ ਉਹ ਡਾਇਰੈਕਸ਼ਨ ਦੇਣ ਲੱਗ ਜਾਂਦੇ ਆ। ਹੁਣ ਰਿਪੋਰਟ ਦੇ ਮੁਤਾਬਕ ਕਹਿਣਾ ਇਹ ਆ ਕਿ ਸਭ ਤੋਂ ਮਾੜੀ ਗੱਲ ਇਹ ਹੋ ਸਕਦੀ ਹੈ ਕਿ ਇਹ ਕੰਪਿਊਟਰ ਮਨੁੱਖ ਨੂੰ ਕੰਟਰੋਲ ਕਰ ਲੇ। ਇਹ ਸਭ ਤੋਂ ਡਰਾਉਣੀ ਗੱਲ ਹੋਊਗੀ ਜੇ ਕੰਪਿਊਟਰ ਨੂੰ, ਇਹ ਹਜੇ ਤਾਂ ਮੰਨਦੇ ਆ ਵੀ ਜਿਹੜੀਆਂ ਇਹਦੇ ਉੱਤੇ, ਇਹਦਾ ਨੌਕਰੀਆਂ ਦੇ ਉੱਤੇ ਬਹੁਤ ਵੱਡਾ ਅਸਰ ਪਊਗਾ ਔਰ ਆਰਥਿਕਤਾ ਦੇ ਉੱਤੇ ਜਿੱਡਾ ਵੱਡਾ ਅਸਰ ਪੈਣਾ, ਇਹਨੇ ਇੱਕ ਵਾਰੀ ਸਵਾਲ ਪੈਦਾ ਕਰਨੇ ਸ਼ੁਰੂ ਕਰ ਦਿੱਤੇ ਆ। ਜਿਹੜਾ ਮਨੁੱਖ ਇਹਨੂੰ ਕਿਸ ਤਰੀਕੇ ਨਾਲ ਬਣਾ ਰਿਹਾ, ਕਈ ਵਿਗਿਆਨਕ ਨੇ ਜਿਹੜੇ, ਜਿਵੇਂ ਸਰ ਪੈਟਰਿਕ ਵੈਲੈਂਸ ਨੇ UK ਦੇ, ਉਹਨੇ ਇਹ ਕਿਹਾ ਕਿ ਇਹ ਜਿੱਦਾਂ ਇੱਕ ਵਾਰੀ ਦੁਨੀਆ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ ਸੀ, ਮਸ਼ੀਨਾਂ ਆਈਆਂ ਸੀ, ਮਨੁੱਖ ਵਿਹਲੇ ਹੋਈ ਸੀ, ਇਹ ਇੱਕ ਹੋਰ ਕ੍ਰਾਂਤੀ ਆ, ਇੱਕ ਹੋਰ ਚੀਜ਼ ਆ ਜਿਹਦਾ ਸਿੱਧਾ ਸਿੱਧਾ ਡਰ ਇੱਧਰਲੇ ਪਾਸੇ ਲਾਇਆ ਜਾ ਰਿਹਾ। ਸਟੀਵ ਵੋਜ਼ਨਿਆਕ ਐਪਲ ਦੇ ਜਿਹੜੇ ਬੜੇ ਵੱਡੇ ਅਫੀਸ਼ੀਅਲ ਸੀਗੇ, ਉਹ ਕਹਿੰਦੇ ਵੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇਹ ਜਿਹੜੀ ਗਲਤ ਜਾਣਕਾਰੀ ਲੱਭਣ ਨੂੰ ਹੋਰ ਔਖਾ ਬਣਾ ਦੂਗੀ। ਪਤਾ ਨਹੀਂ ਲੱਗਣਾ ਗੱਲ ਸਹੀ ਕਿਹੜੀ ਆ, ਗਲਤ ਕਿਹੜੀ ਆ। ਔਰ ਜਿਹੜੇ ਮਾੜੇ ਇਰਾਦੇ ਵਾਲੇ ਲੋਕ ਆ, ਜੇ ਕੋਈ ਗਲਤ ਕੰਮ ਕਰਨਾ ਚਾਹੁੰਦੇ, ਵੀ ਦੁਨੀਆ ਨੂੰ ਕਨਫਿਊਜ਼ ਕਰਨਾ ਚਾਹੁੰਦੇ, ਬਹੁਤ ਸੌਖਾ ਕਰ ਸਕਦੇ ਆ। ਸਪਸ਼ਟ ਤੌਰ ਦੇ ਉੱਤੇ ਲੇਬਲ ਕੀਤਾ ਜਾਣਾ ਚਾਹੀਦਾ, ਇਹਦੇ ਉੱਤੇ ਬਣਨੇ ਚਾਹੀਦੇ ਆ। ਜਿਹੜੇ ਮਤਲਬ AI ਮਾਡਲ ਤਿਆਰ ਕੀਤੇ ਜਾਣ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ। ਇਹ ਇੱਕ ਹੱਦ ਤੋਂ ਬਾਅਦ ਨਾ ਜਾਣ। ਇਹਦੀਆਂ ਆਪਣੇ ਫਾਇਦੇ ਆ, ਇਹਦੇ ਆਪਣੇ ਨੁਕਸਾਨ ਆ, ਪਰ ਜੇਕਰ US ਦੀ ਸੈਨੇਟ ਤੱਕ ਇਹ ਗੱਲ ਪਹੁੰਚ ਰਹੀ ਆ, ਇਹਦੀ ਗੱਲਬਾਤ ਸਾਹਮਣੇ ਆ ਰਹੀ ਆ, ਤਾਂ ਘੱਟੋ ਘੱਟ ਇਹਨੂੰ ਸਮਝਣਾ ਚਾਹੀਦਾ। ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਗੋਡਫਾਦਰ ਵਜੋਂ ਜਾਣੇ ਜਾਂਦੇ ਆ ਜਿਓਫਰੀ ਹਿੰਟਨ। ਉਹਨੇ ਇਹਦੇ ਵਿੱਚ ਦੱਸਿਆ ਕਿ ਜਿਹੜੀ ਮਤਲਬ ਇਹਦੇ 'ਚ ਉਹਨੇ ਨੌਕਰੀ ਛੱਡ ਦਿੱਤੀ ਇਹ ਦੱਸ ਕੇ ਵੀ ਇਸ ਖੇਤਰ ਦੇ ਵਿੱਚ ਖਤਰੇ ਕਿੰਨੇ ਆ। ਜਿਹੜੀ 75 ਸਾਲਾ ਜਿਊਰੀ ਹਿੰਟਨ ਨੇ ਨਿਊਯਾਰਕ ਟਾਈਮਸ ਨੂੰ ਇੱਕ ਬਿਆਨ ਦਿੱਤਾ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਗੂਗਲ ਤੋਂ ਆਪਣੇ ਅਸਤੀਫੇ ਦਾ ਐਲਾਨ ਕਰਦੇ ਇਹ ਕਿਹਾ ਸੀ ਵੀ ਉਹਨਾਂ ਨੂੰ ਆਪਣੇ ਕੰਮ 'ਤੇ ਪਛਤਾਵਾ ਆ। ਜ਼ੋ ਕਲੈਨਮੈਨ ਤੇ ਕ੍ਰਿਸ ਵੈਲੈਂਸ ਦੀ ਰਿਪੋਰਟ ਦੇ ਮੁਤਾਬਕ ਜਿਹੜੀ AI ਚੈਟਬੋਟ ਆ, ਇਹਦੇ ਸਭ ਤੋਂ ਡਰਾਉਣੇ ਖਤਰੇ ਹੋ ਸਕਦੇ। ਹਜੇ ਤੱਕ ਸਾਨੂੰ ਸਮਝ ਨਹੀਂ ਆ ਰਿਹਾ ਵੀ ਗੱਲ ਕੀ ਐਡੀ ਖਤਰਨਾਕ ਇਹਦੇ ਵਿੱਚ ਹੈਗੀ ਆ। ਕੰਪਿਊਟਰ ਆ, ਕੰਪਿਊਟਰ ਨੂੰ ਤੁਸੀਂ, ਪਰ ਅਲਟੀਮੇਟਲੀ ਉਹ ਕਹਿੰਦੇ ਹਜੇ ਤਾਂ ਨਹੀਂ ਲੱਗਦਾ ਵੀ ਕੰਪਿਊਟਰ ਸਾਡੇ ਨਾਲੋਂ ਜ਼ਿਆਦਾ ਇੰਟੈਲੀਜੈਂਟ ਆ, ਪਰ ਲੱਗਦਾ ਇਹ ਆ ਕਿ ਜਲਦੀ ਇਹਨੇ ਬਣ ਜਾਣਾ। ਤੇ ਜਿੱਦਣ ਇਹ ਬਣ ਗਿਆ ਉਸ ਦਿਨ ਜਿਹੜੀ ਸਮੱਸਿਆ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਬਹੁਤ ਵੱਡੀ ਹੋਊਗੀ। ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਜਿੱਦਾਂ ਕੰਮ ਕਰਦਾ ਆ, ਇਹਦੇ ਵਿੱਚ ਵੀ ਇੱਕ ਨਿਊਰਲ ਨੈਟਵਰਕ ਸਿਸਟਮ ਹੁੰਦਾ ਜਿਹੜਾ ਮਨੁੱਖ ਦੇ ਦਿਮਾਗ ਵਾਂਗੂ ਕੰਮ ਕਰਦਾ। AI ਹੈ ਜਿਹੜੀ ਕੰਪਿਊਟਰ, ਉਹ ਆਪਣੇ ਆਪ ਸਿੱਖੀ ਜਾਂਦਾ। ਜਿੱਦਾਂ ਇੱਕ ਬੰਦਾ ਕਰਦਾ ਉਹ ਆਪਣੇ ਆਪ ਉਹਨੂੰ ਸਿਖਾਈ ਜਾਂਦਾ, ਉਹਦੇ ਤੋਂ ਸਿੱਖੀ ਜਾਂਦਾ, ਹੋਰ ਗੱਲ ਅੱਗੇ ਚੱਲੀ ਜਾਂਦੀ ਹੈ। ਇਹ ਜਿੱਦਾਂ ਅਸੀਂ ਮਤਲਬ ਕਹਿੰਦੇ ਸਾਡੇ ਅੰਦਰ ਬਾਡੀ 'ਚ ਕੰਮ ਕਰਦੇ ਆ ਸਿਸਟਮ ਜਿਹੜੇ ਨੇ, ਇਸੇ ਤਰ੍ਹਾਂ ਹੀ ਇਹਦਾ ਇੱਕ ਡਿਜੀਟਲ ਸਿਸਟਮ ਆ ਜਿਹੜਾ ਮਨੁੱਖ ਦੇ ਵਾਂਗੂ ਹੀ ਕੰਮ ਕਰਦਾ ਆ। ਤੇ ਔਰ ਸਾਰੇ ਇੱਕ ਦੂਜੇ ਨੂੰ, ਉਹ ਸਾਰੀਆਂ ਜਿੰਨੀਆਂ ਮਸ਼ੀਨਾਂ ਆ ਸਿੱਖ ਸਕਦੀਆਂ ਆ, ਇੱਕ ਦੂਜੇ ਨਾਲ ਉਹ ਦੂਜੇ ਵੀ ਸਿੱਖ ਸਕਦੇ ਆ। ਹੁਣ ਮੰਨ ਲਓ ਇਹ ਇੱਦਾਂ ਦੀ ਗੱਲ ਆ ਵੀ ਤੁਹਾਡੇ ਕੋਲ 10,000 ਬੰਦਾ ਹੋਵੇ, ਇੱਕ ਗੱਲ ਤੁਸੀਂ ਇੱਕ ਨੂੰ ਸਿਖਾਤੀ, ਜਦੋਂ ਇੱਕ ਨੂੰ ਸਿਖਾਈ ਉਸੇ ਵੇਲੇ ਉਹ 10,000 ਦਾ 10,000 ਸਿੱਖ ਗਿਆ। ਤੁਸੀਂ ਜੇ ਇੱਕ ਕੰਪਿਊਟਰ ਨੂੰ ਉਹ ਗੱਲ ਦੱਸ ਦਿੱਤੀ ਇੰਟਰਨੈਟ ਦੇ ਨਾਲ, ਉਹ ਸਾਰੇ ਕੰਪਿਊਟਰ ਹੀ ਉਹ ਗੱਲ ਸਿੱਖ ਗਏ।
ਐਪਲ ਇਸ ਸਾਲ ਦੇ ਆਖਰ ਤੱਕ ਕੁਝ ਇਦਾਂ ਦੇ ਫੀਚਰ ਫੋਨਾਂ ਦੇ ਵਿੱਚ ਲਾ ਰਿਹਾ, ਤੁਹਾਨੂੰ ਫੋਨ ਵੀ ਨਹੀਂ ਨਵਾਂ ਲੈਣ ਦੀ ਲੋੜ, ਉਹਦਾ ਸੌਫਟਵੇਅਰ ਹੀ ਅਪਡੇਟ ਹੋ ਜਾਣਾ ਔਰ ਹੈ ਵੀ ਫ੍ਰੀ, ਕਿ ਜਿਹੜੇ ਤੁਹਾਡੀ ਆਵਾਜ਼ ਦੇ ਵਿੱਚ ਬੋਲ ਕੇ ਗੱਲਾਂ ਬਾਤਾਂ ਕਰਨਗੇ। ਤੁਹਾਡੀ ਜਿਹੜੀ ਟੈਕਸਟ ਟੂ ਸਪੀਚ ਹੁੰਦੀ ਆ, ਕੁਝ ਵੀ ਲਿਖਿਆ ਉਹਨੂੰ ਬੋਲਣਾ, ਤੁਹਾਡੇ ਗੱਲਬਾਤ ਤੁਹਾਡੀ ਆਵਾਜ਼ ਦੇ ਵਿੱਚ ਕੀਤੀ ਜਾਊਗੀ। ਇੱਦਾਂ ਦੇ ਜਿਹੜੇ ਸੌਫਟਵੇਅਰ ਆ ਗਏ ਆ ਤੁਹਾਡੇ, ਤੁਸੀਂ ਕਿਸੇ ਪ੍ਰਸਿੱਧ ਗਾਇਕ ਦਾ ਗੀਤ ਲੈ ਆਓ, ਉਹ ਗੀਤ ਗਾ ਰਿਹਾ ਆ, ਤੁਸੀਂ ਉਹਨੂੰ ਬਸ ਆਪਣੀ ਆਵਾਜ਼ ਦੱਸ ਦਿਓ ਤੇ ਤੁਹਾਡੀ ਆਵਾਜ਼ ਦੇ ਵਿੱਚ ਉਹੀ ਗੀਤ ਗਾ ਕੇ ਤੁਹਾਡੇ ਸਾਹਮਣੇ ਲੈ ਆਊਗਾ। ਆਰਟ ਦੇ ਖੇਤਰ ਦੇ ਵਿੱਚ ਕੀ ਹੋਊਗਾ, ਇੱਕ ਇਹੋ ਜਿਹੀ ਤਕਨੀਕ ਜਿਹੜੀ ਮਨੁੱਖ ਵਾਂਗੂ ਸੋਚਦੀ ਆ, ਮਨੁੱਖ ਵਾਂਗੂ ਕਰਦੀ ਆ, ਭਾਵੇਂ ਉਹਨੂੰ ਕਰਦੀ ਆ ਉਸ ਤੁਹਾਡੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਇੱਕ ਵੱਡਾ ਅਸਰ ਪੈਣ ਜਾ ਰਿਹਾ ਆ। ਇੱਥੇ ਤੱਕ ਦੇਖਿਆ ਜਾਂਦਾ ਵੀ ਇਹ ਮਨੁੱਖਤਾ ਦੇ ਖਾਤਮੇ ਵੱਲੋਂ ਵੱਧ ਸਕਦੀ ਆ। ਕਿਸ ਤਰੀਕੇ ਦੇ ਨਾਲ ਮਨੁੱਖ ਕਰਦਾ ਆ ਆਰਟੀਫਿਸ਼ੀਅਲ ਇੰਟੈਲੀਜੈਂਸ, ਜਿਹੜੀ ਪਹਿਲਾਂ ਕਿਸੇ ਨੇ ਸੁਣੀ ਨਹੀਂ ਸੀ, ਹਾਲਾਂਕਿ ਬਹੁਤ ਪੁਰਾਣਾ ਸ਼ਬਦ ਆ। ਪਹਿਲੀ ਵਾਰ 1956 ਦੇ ਵਿੱਚ ਇਹ ਸ਼ਬਦ ਵਰਤਿਆ ਗਿਆ ਸੀ। 60 ਦੇ ਵਿੱਚ ਜਦੋਂ ਵਿਗਿਆਨੀ ਕੰਪਿਊਟਰ ਨੂੰ ਸਿਖਾ ਰਹੇ ਸੀ, ਉਹਨੂੰ ਦੱਸ ਰਹੇ ਸੀ ਵੀ ਮਨੁੱਖ ਵਾਂਗੂ ਕਿੱਦਾਂ ਕੰਮ ਕਰਨਾ ਜਾਂ ਸਿੱਖਣਾ ਕਿੱਦਾਂ ਆ, ਲਰਨਿੰਗ ਮਸ਼ੀਨ ਵਾਂਗੂ ਉਹਨੂੰ ਟ੍ਰੇਨਿੰਗ ਦੇ ਰਹੇ ਸੀ, ਉਸ ਵੇਲੇ ਇਹ ਸ਼ਬਦ ਸਾਹਮਣੇ ਆਇਆ ਸੀ। ਤੇ ਅੱਜ ਪੂਰੇ ਮਨੁੱਖਤਾ ਦੇ ਉੱਤੇ ਹੀ ਇੱਕ ਪੂਰੇ ਦਾ ਪੂਰਾ ਖਤਰਾ ਜਿਹੜਾ ਸਾਹਮਣੇ ਆ ਰਿਹਾ। ਤੇ ਅੱਜ ਜਦੋਂ ਅਮਰੀਕਾ ਦੀਆਂ ਅਖਬਾਰਾਂ ਦੀ ਸੁਰਖੀ ਇਹ ਬਣ ਰਹੀ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕੰਪਨੀ ਜਿਹਨੇ ChatGPT ਬਣਾਈ ਆ, ਉਹਨੇ US ਕਾਂਗਰਸ ਨੂੰ ਇਹ ਸੱਦਿਆ ਕਿ ਜਿਹੜਾ ਸਰਕਾਰ ਦੀ ਇੰਟਰਵੈਂਸ਼ਨ ਆ ਉਹ ਇਹਦੇ ਵਿੱਚ ਕਾਫੀ ਜ਼ਿਆਦਾ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦੀ ਆ ਕਿ ਕਿਹਨੇ ਕਿਹੜੀ ਇੰਟੈਲੀਜੈਂਸ ਜਿਹੜਾ ਚੈਟ ਬੋਰਡ ਆ ਬਣਾਉਣਾ, ਕਿਹਨੂੰ ਤੁਸੀਂ ਅਲਾਓ ਕਰਨਾ, ਕਿੰਨੇ ਬਣਨੇ ਆ, ਤੇ ਇਹਦਾ ਕੀ ਹਿਸਾਬ ਕਿਤਾਬ ਹੋਣਾ ਚਾਹੀਦਾ। ਅਗਲੀ ਗੱਲਬਾਤ ਦੋਸਤੋ, ਅਮਰੀਕਾ ਦੇ ਵਿੱਚ ਕੋਲੋਰਾਡੋ ਰਿਵਰ ਬਾਰੇ ਆ। ਕੋਲੋਰਾਡੋ ਰਿਵਰ ਇੱਕ ਬਹੁਤ ਵੱਡਾ ਦਰਿਆ ਆ ਅਮਰੀਕਾ ਦੇ ਵਿੱਚ, ਬਹੁਤ ਲੰਬੇ ਸਮੇਂ ਤੋਂ ਇੱਥੇ ਐਸੇ ਤਰੀਕੇ ਨਾਲ ਵਗ ਰਿਹਾ। ਰੌਕੀ ਮਾਊਂਟੇਨਸ ਤੋਂ ਸ਼ੁਰੂ ਹੁੰਦਾ ਇਹ, ਲਗਭਗ 1500 ਮੀਲ ਲੰਬਾ, ਤੇ ਫਿਰ ਉਹ ਕਈ ਪਾਸਿਆਂ ਦੀ ਹੁੰਦਾ ਹੋਇਆ ਇਹ ਮੈਕਸੀਕੋ ਤੱਕ ਜਾਂਦਾ ਤੇ ਅਲਟੀਮੇਟਲੀ ਜਿਹੜੀ ਗਲਫ ਆਫ ਕੈਲੀਫੋਰਨੀਆ ਆ ਉਹਦੇ ਵਿੱਚ ਚਲਿਆ ਜਾਂਦਾ। ਕੋਲੋਰਾਡੋ ਰਿਵਰ ਬਾਕੀ ਦਰਿਆਵਾਂ ਵਾਂਗੂ ਇਹਦੇ ਉੱਤੇ ਵੀ ਇਸ ਵੇਲੇ ਅਮਰੀਕਾ ਦੇ ਵਿੱਚ ਸੰਕਟ ਆ। ਅਮਰੀਕਾ ਦੇ ਵਿੱਚ ਨਹੀਂ, ਪੂਰੀ ਦੁਨੀਆ ਦੇ ਵਿੱਚ ਜਿਹੜੇ ਦਰਿਆ ਨੇ, ਜਿਹੜਾ ਫਰੈਸ਼ ਵਾਟਰ ਆ ਉਹ ਖਤਰੇ ਦੇ ਵਿੱਚ ਆ। ਜਿਹੜਾ ਇਹ ਹੁਣ ਕਹਿ ਲਓ ਵੀ 6 ਮਿਲੀਅਨ ਸਾਲਾਂ ਤੋਂ ਇਸੇ ਤਰ੍ਹਾਂ ਵਗ ਰਿਹਾ ਇੱਥੇ। ਜਦੋਂ 1920 ਦੇ ਸ਼ੁਰੂ ਦੇ ਵਿੱਚ ਜਿਹੜੀ ਵੈਸਟਰਨ ਸਟੇਟ ਸੀਗੀਆਂ, ਉਹਨਾਂ ਨੇ ਇਹਨੂੰ ਕੋਲੋਰਾਡੋ ਰਿਵਰ ਦੇ ਪਾਣੀ ਨੂੰ ਡੈਮ ਬਣਾ ਕੇ ਤੇ ਹੋਰ ਪਾਸੇ ਡਾਇਵਰਟ ਕਰਕੇ ਇਹਨੂੰ ਕਈ ਮੀਲ ਤੱਕ ਇੱਧਰ ਨੂੰ ਲਾਸ ਐਂਜਲਸ ਨੂੰ, ਸੈਨ ਡਿਏਗੋ, ਫੀਨਿਕਸ ਤੇ ਜਿਹੜੀ ਹੋਰ ਸਿਟੀ ਸੀਗੇ ਜਿਹੜੇ ਜ਼ਿਆਦਾ ਡਿਵੈਲਪ ਹੋ ਰਹੇ ਸੀ, ਉਧਰਲੇ ਪਾਸੇ ਦੇ ਪਾਣੀ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ। ਅੱਜ 30-40 ਮਿਲੀਅਨ ਲੋਕ ਸਿੱਧੇ ਇਹਦੇ ਉੱਤੇ, ਅਮਰੀਕਾ ਦੀਆਂ 7 ਮੁੱਖ ਸਟੇਟਾਂ ਦੇ ਵਿੱਚੋਂ 30-40 ਮਿਲੀਅਨ ਲੋਕ ਜਿਹੜੇ ਇਹਦੇ ਉੱਤੇ ਨਿਰਭਰ ਕਰਦੇ ਆ। ਅਮਰੀਕਾ ਦੇ ਵਿੱਚ, ਮੈਕਸੀਕੋ ਦੇ ਵਿੱਚ ਤੇ 70% ਜਿਹੜਾ ਇਹਦਾ ਪਾਣੀ ਆ ਉਹ ਬਾਹਰ ਕੱਢਿਆ ਜਾਂਦਾ, ਸਾਈਫਨ ਕੀਤਾ ਜਾਂਦਾ, ਜਿਹਦੇ ਨਾਲ 3.5 ਮਿਲੀਅਨ ਏਕੜ ਜਿਹੜੀ ਫਸਲ ਆ ਉਹਨੂੰ ਸਿੰਜਿਆ ਵੀ ਜਾਂਦਾ, ਉਹਨੂੰ ਸਿੱਧੇ ਤਰੀਕੇ ਦੇ ਨਾਲ ਵਰਤਿਆ ਵੀ ਜਾਂਦਾ। ਇਹ ਅਮਰੀਕਾ ਦਾ 7ਵਾਂ ਸਭ ਤੋਂ ਵੱਡਾ ਦਰਿਆ ਆ। ਹੁਣ ਸਮੱਸਿਆ ਇਹ ਪੈਦਾ ਹੋਈ ਆ ਕਿ ਜਿਹੜੀਆਂ ਸਟੇਟਾਂ ਦੇ ਉੱਤੇ ਡਿਪੈਂਡ ਕਰਦੀਆਂ, ਉਹਨਾਂ ਨੂੰ ਪਾਣੀ ਨੂੰ ਕੱਟ ਲਾਉਣੇ ਪੈਣੇ ਆ। ਜੇ ਕੱਟ ਨਾ ਲਾਏ ਤੇ ਦਰਿਆ ਸੁੱਕ ਜਾਣਾ। ਜਿੰਨਾ ਪਹਿਲਾਂ ਵਗਦਾ ਸੀ ਉਹਨਾਂ ਦਰਿਆ ਇਹ ਹੁਣ ਵਗਦਾ ਨਹੀਂ, ਤੇ ਜੇ ਇਹ ਦਰਿਆ ਸੁੱਕ ਗਿਆ ਤੇ ਅਮਰੀਕਾ ਆਹ ਨਹੀਂ ਰਹਿਣਾ, ਜਿਹੜਾ ਅਮਰੀਕਾ ਹੈਗਾ, ਸੰਕਟ ਵੱਡਾ ਪੈਦਾ ਹੋ ਜਾਣਾ। ਜੇ ਕੱਟ ਲਾਉਂਦੇ ਆ ਤਾਂ ਫਿਰ ਹੁਣ ਲੋਕ ਕਰਨ ਕੀ, ਇਸ ਵੇਲੇ ਫਸਲਬਾੜੀ ਨੂੰ ਪਾਣੀ ਕਿੱਥੋਂ ਦੇਣ? ਜੇ ਨਹੀਂ ਲਾਉਂਦੇ ਤਾਂ ਭਵਿੱਖ ਦੇ ਵਿੱਚ ਦਰਿਆ ਬਚਦਾ ਕੁਛ ਨਹੀਂ। ਜਿਹੜੀਆਂ ਸਟੇਟਾਂ ਦੇ ਵਿੱਚੋਂ ਲੰਘਦਾ, ਉਹਨਾਂ ਸਟੇਟਾਂ ਦਾ ਆਪਸ ਦੇ ਵਿੱਚ ਰੌਲਾ ਆ, ਕਦੋਂ ਸਟੇਟਾਂ ਇੱਕ ਦੂਜੇ ਨਾਲ ਸਿੱਧੀਆਂ ਹੋ ਜਾਂਦੀਆਂ ਵੀ ਅਸੀਂ ਕੱਟ ਨਹੀਂ ਲਾਉਣਾ ਜਾਂ ਅਸੀਂ ਕੱਟ ਕਿਉਂ ਲਾਈਏ, ਤੇ ਫਿਰ ਜਿਹੜੀ ਫੈਡਰਲ ਸਰਕਾਰ ਆ ਉਹਨੂੰ ਇਹਦੇ ਵਿੱਚ ਦਖਲ ਦੇਣਾ ਪੈਂਦਾ। ਲਗਭਗ ਇੱਦਾਂ ਦੀ ਸਥਿਤੀ ਇਸ ਵੇਲੇ ਪੈਦਾ ਹੋਈ ਆ। ਪਰ ਇਹਦੇ ਵਿੱਚ ਇਹ ਇੱਕ ਚੰਗੀ ਗੱਲ ਲੱਗਦੀ ਹੈ ਕਿ ਸਟੇਟਾਂ ਆਪਸ ਦੇ ਵਿੱਚ ਸਹਿਮਤ ਹੋ ਕੇ ਜਿਸ ਤਰੀਕੇ ਦੇ ਨਾਲ ਇਹਦੇ 'ਤੇ ਕੱਟ ਲਾਉਣ ਦੀ ਗੱਲਬਾਤ ਕੀਤੀ ਜਾ ਰਹੀ ਹੈ, ਉਹਦੇ ਨਾਲ ਇੱਕ ਦੂਜੇ ਨਾਲ ਇਹ ਸਹਿਮਤ ਨੇ। ਮਾਮਲਾ ਕੀ ਆ ਕਿ ਜਿਹੜਾ ਇਹ ਨਵਾਡਾ, ਐਰੀਜ਼ੋਨਾ ਦੀ ਜਿਹੜੀ ਲੇਕ ਮੈਡਾ 110 ਮੀਲ ਲੰਬੀ ਹੂਵਰ ਡੈਮ ਬਣਿਆ, ਜਿਹਦੇ ਉੱਤੇ ਹੁਣ ਇਹਦੇ ਨਾਲ ਜੁੜੀਆਂ ਝੀਲਾਂ ਸੀਗੀਆਂ, ਜਿਹੜੀਆਂ ਲੇਕ ਸੀਗੀਆਂ, ਉਹ ਵੀ ਆਪਣੇ ਜਿਹੜੀਆਂ ਕਾਫੀ ਜ਼ਿਆਦਾ ਉਹਦੇ ਤੋਂ ਥੱਲੇ ਚਲੇ ਗਈਆਂ, ਜਿੰਨਾ ਉਹਨਾਂ ਦਾ ਮਿਨੀਮਮ ਲੈਵਲ, ਵਾਟਰ ਲੈਵਲ ਉਹਦੇ ਵਿੱਚ ਹੁੰਦਾ ਹੈ। ਕਲਾਈਮੇਟ ਚੇਂਜ ਨੇ ਇਹਦੇ ਫਲੋ ਨੂੰ 5 ਤੋਂ 20% ਤੱਕ ਅਗਲੇ 20 ਸਾਲਾਂ ਦੇ ਵਿੱਚ ਘਟਾ ਦੇਣਾ। ਜਿਹੜੇ ਜੀਓ ਸਾਇੰਟਿਸਟ ਨੇ ਉਹ ਸਾਫ਼ ਤੌਰ ਦੇ ਉੱਤੇ ਦੱਸ ਰਹੇ ਆ, ਜਿੱਦਾਂ ਮੌਸਮ ਬਦਲ ਰਿਹਾ, ਅਗਲੇ 40 ਸਾਲਾਂ 'ਚ 5 ਤੋਂ 20% ਤੱਕ ਇਹਦਾ ਜਿਹੜਾ ਇਹ ਫਲੋ ਆ ਉਹ ਘਟ ਜਾਣਾ। ਹੁਣ ਉਸ ਵੇਲੇ ਫਿਰ ਪਾਣੀ ਕਿੱਥੋਂ ਆਊਗਾ ਤੇ ਪੂਰਾ ਕਿੱਥੋਂ ਹੋਊਗਾ, ਕਿਉਂਕਿ ਡਿਪੈਂਡ ਹੀ ਸਾਰਾ ਇਹਦੇ ਉੱਤੇ ਕਰ ਰਿਹਾ।
ਤੇ ਜੇ ਇਦਾਂ ਹੋ ਹੁਣ ਇਹਦੇ ਤੋਂ ਬਾਅਦ ਫਿਰ ਸਰਕਾਰ ਨੂੰ ਇਹਦੇ ਵਿੱਚ ਦਖਲ ਦੇਣਾ ਪੈ ਰਿਹਾ, ਉਹਨਾਂ ਨੂੰ ਕੁਛ ਨਾ ਕੁਛ ਕਰਨਾ ਪੈ ਰਿਹਾ। ਹਾਲਾਂਕਿ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਸਾਊਥ ਅਮਰੀਕਾ, ਏਸ਼ੀਆ, ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਫਰੈਸ਼ ਵਾਟਰ ਸ਼ਾਰਟੇਜ ਆ ਰਹੀ ਹੈ ਇਸ ਵੇਲੇ, ਇਹ ਕ੍ਰਾਈਸਿਸ ਬਹੁਤ ਵੱਡਾ ਆ ਤੇ ਪੂਰੀ ਦੁਨੀਆ ਦਾ ਹੀ ਇਹਦੇ ਉੱਤੇ ਅਸਰ ਪੈ ਰਿਹਾ। ਆਸਟ੍ਰੇਲੀਆ ਦੇ ਵਿੱਚ ਮਤਲਬ ਜਿਹੜੇ 750 ਸਾਲ ਤੋਂ ਚੱਲ ਰਿਹਾ ਸੀ ਉੱਥੇ, ਉਹਨਾਂ ਪਰਥ ਵਾਲੇ ਪਾਸੇ ਜਾ ਕੇ ਉੱਥੇ ਉਹ ਪਲਾਨ ਬਣਾ ਰਹੇ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਸਮੁੰਦਰ ਦਾ ਪਾਣੀ ਹੈ ਇਹਦੇ ਵਿੱਚੋਂ ਲੂਣ ਵੱਖ ਕਰਕੇ ਤੇ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਵਰਤਿਆ ਜਾਵੇ। ਫਰੈਸ਼ ਵਾਟਰ ਮਤਲਬ ਜਿਹੜਾ ਦਰਿਆਵਾਂ ਦਾ ਪਾਣੀ ਆ, ਇਹਨੂੰ ਫਰੈਸ਼ ਵਾਟਰ ਕਹਿੰਦੇ ਆ। ਇਹ ਪਾਣੀ ਜਿਹੜਾ ਆ ਜਿਹੜਾ ਇਹਦੇ ਵਿੱਚ ਸਮੱਸਿਆ ਆ ਰਹੀ ਆ। ਹੁਣ ਇਸ ਥਾਂ ਦੇ ਉੱਤੇ ਜਿਹੜੀਆਂ ਇਹ ਸਟੇਟਾਂ ਸੀ ਆਪਸ ਦੇ ਵਿੱਚ, ਕੈਲੀਫੋਰਨੀਆ, ਐਰੀਜ਼ੋਨਾ ਤੇ ਨੇਵਾਡਾ, 3 ਕੀ ਸਟੇਟਾਂ ਨੇ ਜਿਨ੍ਹਾਂ ਦਾ ਆਪਸ ਦੇ ਵਿੱਚ ਰੌਲਾ ਆ ਕੋਲੋਰਾਡੋ ਰਿਵਰ ਨੂੰ ਲੈ ਕੇ। ਜਿਹੜਾ ਇਸ ਵੇਲੇ ਇਸ ਕੋਲੋਰਾਡੋ ਰਿਵਰ ਦਾ ਕਰੰਟ ਕ੍ਰਾਈਸਿਸ ਆ, ਉਹਨੂੰ ਇਹ ਤਿੰਨੋਂ ਸਟੇਟਾਂ ਹੱਲ ਕਰ ਸਕਦੀਆਂ। ਹੁਣ ਇਹਦੇ ਲਈ ਜਿਹੜੀ ਫੈਡਰਲ ਸਰਕਾਰ ਦੀ 1 ਬਿਲੀਅਨ ਦੇ ਕਰੀਬ ਫੰਡ ਆ ਦਿੱਤੇ ਜਾ ਰਹੇ ਇਹ ਸਾਰੇ ਕੁਛ ਦੀ ਨੈਗੋਸ਼ੀਏਸ਼ਨ ਦੇ ਵਿੱਚ। ਹੁਣ ਲੱਗਦਾ ਕਿ ਸਹਿਮਤੀ ਇਹਨਾਂ ਸਟੇਟਸ ਦੇ ਵਿੱਚ ਹੋ ਜਾਊਗੀ ਤੇ ਬਾਈਡਨ ਐਡਮਿਨਿਸਟ੍ਰੇਸ਼ਨ ਇਹ ਨਿਸ਼ਾਨਾ ਰੱਖ ਰਿਹਾ ਆ ਕਿ 13% ਜਿਹੜਾ ਪਾਣੀ ਆ ਇਹਦਾ ਅਗਲੇ 3 ਸਾਲਾਂ ਦੇ ਵਿੱਚ ਇਹਨੂੰ ਬਚਾਉਣ ਦੇ ਲਈ ਉਹਦੇ ਉੱਤੇ ਹਿਸਾਬ ਕਿਤਾਬ ਰੱਖਿਆ ਜਾਊਗਾ। ਜਿਹੜਾ ਪੀਣ ਵਾਲਾ ਪਾਣੀ ਵੀ ਆ, ਹਾਈਡਰੋ ਪਾਵਰ ਵੀ ਆ, ਇਹਦੇ ਵਿੱਚ ਟੈਨਸ ਆਫ ਮਿਲੀਅਨਸ ਆਫ ਲੋਕ ਇਹਦੇ ਉੱਤੇ ਸਿੱਧੇ ਰੂਪ ਦੇ ਵਿੱਚ ਜਿਹੜੇ ਸਹਿਮਤ ਨੇ। ਹੁਣ ਜਦੋਂ ਇੱਥੇ ਤੇ ਡੈਮ ਬਣੇ ਆ, ਡੈਮ ਦੇ ਵਿੱਚੋਂ ਬਿਜਲੀ ਪੈਦਾ ਹੁੰਦੀ ਤੇ ਉਹਦੇ ਨਾਲ ਕਿੰਨੇ ਲੋਕਾਂ ਦੇ ਘਰਾਂ ਦੇ ਵਿੱਚ ਬਿਜਲੀ ਪਹੁੰਚ ਰਹੀ ਆ। ਜੇ ਇਹ ਥੱਲੇ ਚਲੇ ਗਿਆ ਤਾਂ ਉਹਨਾਂ ਦਾ ਕੀ ਬਣੂਗਾ। ਇਸ ਮਹੀਨੇ ਦੇ ਆਖਰ ਦੇ ਵਿੱਚ ਇਹਨਾਂ ਦੀ ਡੀਲ ਹੋਣੀ ਡਿਊ ਆ। ਉਦੋਂ ਤੱਕ ਫੈਡਰਲ ਅਫੀਸ਼ੀਅਲ ਦੱਸ ਰਹੇ ਆ ਜਿਹੜੇ ਸਿਚੁਏਸ਼ਨ ਦੇ ਨਾਲ ਜਾਣਦੇ ਆ ਕਿ ਇਹਦਾ ਕੋਈ ਨਾ ਕੋਈ ਹੱਲ ਇਸ ਵੇਲੇ ਹੋ ਜਾਣਾ। ਤੇ 3 ਮਿਲੀਅਨ ਏਕੜ ਫੀਟ ਜਿਹੜਾ ਵਾਟਰ ਦਾ ਕੱਟ ਬੈਕ ਕਰਨਾ ਪੈਣਾ ਅਗਲੇ 3 ਸਾਲਾਂ ਦੇ ਵਿੱਚ। ਕਿਹੜੀ ਸਟੇਟ ਨੂੰ ਕਰਨਾ ਪੈਣਾ ਇਹ ਬਾਅਦ ਦੀ ਗੱਲ ਆ, ਪਰ 3 ਮਿਲੀਅਨ ਏਕੜ ਫੀਟ ਜਿਹੜਾ ਹੈਗਾ ਆ ਪਾਣੀ ਅਗਲੇ 3 ਸਾਲਾਂ ਦੇ ਵਿੱਚ ਇਹਨੂੰ ਕੱਟ ਕਰਨਾ ਪਊਗਾ। ਤੇ ਫਿਰ ਇਹ ਜਿਹੜੇ ਪੈਸਾ ਹੈ ਫੈਡਰਲ ਸਰਕਾਰ ਜਿਹੜੀ ਇਨਫਲੇਸ਼ਨ ਰਿਡਕਸ਼ਨ ਐਕਟ ਆ ਉਹਦੇ ਤਹਿਤ ਇਸ ਮਾਮਲੇ ਦੇ ਵਿੱਚ ਦਊਗੀ। ਜਿਹੜੀ ਮੀਟਿੰਗ ਹੋਈ ਆ ਪਿਛਲੇ ਮਹੀਨੇ ਦੇ ਵਿੱਚ, ਜਿਹਦੇ ਵਿੱਚ ਕਈ ਸਟੇਟਾਂ ਨੇ ਰਿਪਰੈਜ਼ੈਂਟ ਕੀਤਾ, ਜਿਹੜਾ ਉਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਇਹ ਸਾਰੇ ਪ੍ਰੋਸੈਸ ਦਾ ਰਿਵਿਊ ਕਿੱਦਾਂ ਕੀਤਾ ਜਾਵੇ। ਜਿਹੜੀਆਂ 2 ਵੱਡੀਆਂ ਲੇਕਸ ਨੇ, ਵਾਟਰ ਬੇਸਿਨਸ ਨੇ ਇਹਦੇ, ਲੇਕ ਪਾਵਲ ਤੇ ਲੇਕ ਮੈਡ, ਉਹਦੇ ਬਾਰੇ ਕਿਸ ਤਰੀਕੇ ਦੇ ਨਾਲ ਉਹਨੂੰ ਵਰਤਣ ਦੇ ਬਾਰੇ ਕੀ ਫੈਸਲਾ ਲਿਆ ਜਾ ਸਕਦਾ। ਸੋ ਇੱਕ ਨਵਾਂ ਫੇਜ਼ ਜਿਹੜਾ ਇਸ ਵੇਲੇ ਇਸ ਗੱਲਬਾਤ ਦਾ ਸ਼ੁਰੂ ਹੋ ਰਿਹਾ। ਤੇ ਕਈ ਵਾਰੀ ਇਹ ਪਹਿਲਾਂ ਹੋਇਆ ਕਿ ਕੈਲੀਫੋਰਨੀਆ ਐਰੀਜ਼ੋਨਾ ਦੇ ਵਿਰੋਧ ਦੇ ਵਿੱਚ ਖੜ੍ਹ ਜਾਂਦਾ ਤੇ ਐਰੀਜ਼ੋਨਾ ਨੇਵਾਡਾ ਦੇ ਵਿਰੋਧ ਦੇ ਵਿੱਚ ਖੜ੍ਹ ਜਾਂਦਾ, ਪਰ ਹੁਣ ਇਹਦਾ ਕੋਈ ਨਾ ਕੋਈ ਹੱਲ ਲੱਭ ਕੇ ਤੇ ਇਸ ਗੱਲ ਦੇ ਉੱਤੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਹਿਮਤੀ ਹੋ ਜਾਊਗੀ। ਤੇ ਲੋਕ ਆਸਵੰਦ ਨੇ ਕਿ ਭਵਿੱਖ ਦੇ ਵਿੱਚ ਜਿਹੜਾ ਇਹ ਜਿਹੜਾ ਪੁਰਾਣਾ ਦਰਿਆ, ਕਿੰਨਾ ਚਿਰ ਪੁਰਾਣਾ ਦਰਿਆ ਇੱਥੇ ਵਗ ਰਿਹਾ ਹੈ ਔਰ ਜਿਹੜਾ ਇਤਿਹਾਸਿਕ ਤੌਰ ਦੇ ਉੱਤੇ ਸੋਕੇ ਦਾ ਸ਼ਿਕਾਰ ਆਉਣ ਵਾਲੇ ਸਾਲਾਂ ਦੇ ਵਿੱਚ ਹੋ ਸਕਦਾ, ਉਹਨੂੰ ਬਚਾਉਣ ਦੇ ਵਿੱਚ ਇਹ ਸਟੇਟਾਂ ਤੇ ਸਮੇਤ ਫੈਡਰਲ ਗਵਰਨਮੈਂਟ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਆ ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਸਫਲ ਹੋਣਗੇ ਤੇ ਜਿਹੜਾ ਇਹ ਸਾਰਾ ਕੁਛ ਇਸੇ ਤਰ੍ਹਾਂ ਚੱਲਦਾ ਰਹੂਗਾ। ਅਗਲੀ ਗੱਲਬਾਤ ਅੱਜ ਇੱਕ ਬਹੁਤ ਮਹੱਤਵਪੂਰਨ ਗੱਲਬਾਤ ਆ ਕਿ ਜਿਹੜੇ US ਸੀਕ੍ਰੇਟ ਸਰਵਿਸਿਜ਼ ਆ ਉਹ ਇਨਵੈਸਟੀਗੇਸ਼ਨ ਕਰ ਰਿਹਾ। ਇਨਵੈਸਟੀਗੇਸ਼ਨ ਇਹ ਕਰ ਰਿਹਾ ਕਿ ਘਰ ਦੇ ਵਿੱਚ ਬੰਦਾ ਜਾ ਵੜਿਆ। ਬੰਦਾ ਤੇ ਘਰ ਦੇ ਵਿੱਚ ਜਾ ਸਕਦਾ ਕਿਤੇ ਵੀ, ਆਮ ਹੀ ਗੱਲ ਆ, ਕੋਈ ਵੱਡੀ ਗੱਲ ਨਹੀਂ ਆ। ਪਰ ਉਹ ਘਰ ਜਿਹੜਾ ਸੀ ਉਹ ਪ੍ਰੈਜ਼ੀਡੈਂਟ ਬਾਈਡਨ ਦੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਸੀ ਔਰ ਗਿਆ ਵੀ ਅੱਧੀ ਰਾਤ ਨੂੰ। 2 ਹਫ਼ਤੇ ਪਹਿਲਾਂ ਦੀ ਗੱਲਬਾਤ ਆ ਤੇ ਗਿਆ ਉਦੋਂ ਜਦੋਂ ਕਿਸੇ ਨੂੰ ਪਤਾ ਵੀ ਨਹੀਂ ਲੱਗਾ। ਮਤਲਬ ਪ੍ਰੈਜ਼ੀਡੈਂਟ ਬਾਈਡਨ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦੇ ਘਰ ਦੇ ਵਿੱਚ ਬੰਦਾ ਸਿੱਧਾ ਹੀ ਚਲੇ ਗਿਆ ਤੇ ਉਹਨੂੰ ਕਹਿਣਾ ਪਿਆ ਉੱਥੋਂ ਵੀ ਤੁਸੀਂ ਜਿਹੜਾ ਜੈਕ ਸੁਲਿਵਨ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਜੋ ਬਾਈਡਨ ਉਹਨਾਂ ਦਾ ਨਾਂ ਆ, 3 ਵਜੇ ਤੜਕੇ ਕਹਿੰਦੇ ਅਪ੍ਰੈਲ ਦੇ ਮਹੀਨੇ ਦੇ ਆਖਰ ਦੇ ਵਿੱਚ ਉਹ ਉੱਥੇ ਚਲੇ ਗਿਆ ਤੇ ਜੈਕ ਸੁਲਿਵਨ ਉਹਦੇ ਨਾਲ ਸਾਹਮਣਾ ਹੋਇਆ ਤੇ ਉਹਨੂੰ ਕਿਹਾ ਵੀ ਤੂੰ ਇੱਥੇ ਚਲੇ ਜਾ। ਤੇ ਇਹ ਇਨਸੀਡੈਂਟ ਆਪਣੇ ਆਪ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਆ। ਤੇ ਦੂਜਾ ਇਹ ਆ ਵੀ ਉਹ ਗਿਆ ਕਿੱਧਰ ਦੀ, ਜੇ ਗਿਆ ਤਾਂ ਜਿਹੜੀ ਮਤਲਬ ਬਾਈਡਨ ਦੀ ਜਿਹੜੀ ਟੌਪ ਸਿਕਿਉਰਿਟੀ ਆ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਆ, ਉਹਦੀ ਸਿਕਿਉਰਿਟੀ ਕਿੱਥੇ ਗਈ ਸੀ ਉਸ ਵੇਲੇ। ਔਰ ਇਹ ਵੀ ਗੱਲ ਉੱਥੇ ਪੱਕੀ ਆ ਕਿ ਰਾਊਂਡ ਦਾ ਕਲੌਕ ਸੀਕ੍ਰੇਟ ਸਰਵਿਸਿਜ਼ ਦੱਸ ਰਿਹਾ ਕਿ ਉੱਥੇ ਉਹਨਾਂ ਦੇ ਕੋਲ ਸਿਕਿਉਰਿਟੀ ਹੁੰਦੀ ਆ, ਪਰ ਘਰ ਦੇ ਬਾਹਰ ਸਟੇਸ਼ਨਡ ਹੁੰਦੇ ਆ। ਪਰ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ, ਜਿਹੜੇ ਬਾਹਰ ਖੜੇ ਸੀ, ਵੀ ਇੰਟਰੂਡਰ ਕੋਈ ਅੰਦਰ ਆ ਗਿਆ ਤੇ ਸਿੱਧਾ ਘਰ ਦੇ ਵਿੱਚ ਵੜ ਗਿਆ। ਵੈਸਟਰਨ ਨੇਬਰਹੁੱਡ ਜਿਹੜੀ ਵਾਸ਼ਿੰਗਟਨ ਦੀ ਆ, ਉੱਥੇ ਬੰਦਾ ਜਦੋਂ ਅੰਦਰ ਗਿਆ ਤੇ ਜਦੋਂ ਉਹਨੇ ਇਹ ਛੱਡਿਆ ਤੇ ਬਾਹਰ ਸਾਰਾ ਕੁਝ ਉਹਨਾਂ ਨੇ ਦੇਖਿਆ। ਜਦੋਂ ਉਹ ਦੱਸਦੇ, ਇਹ ਹੁਣ ਦੇਖਣ ਵਾਲਾ ਇਹ ਦੱਸ ਰਿਹਾ ਵੀ ਉਹ ਲੱਗਦਾ ਨਸ਼ੇ 'ਚ ਸੀਗਾ, ਦੂਜਾ ਕਨਫਿਊਜ਼ ਸੀਗਾ ਵੀ ਉਹਨੇ ਜਾਣਾ ਕਿੱਥੇ ਆ। ਤੇ ਇਨਸੀਡੈਂਟ ਜਿਹੜਾ ਇਹ ਵਾਪਰਿਆ, ਕੋਈ ਐਵੀਡੈਂਸ ਇੱਦਾਂ ਦਾ ਤਾਂ ਨਹੀਂ ਉੱਥੇ ਵਾਪਰਿਆ ਕਿ ਉਹਨੇ ਕਿਸੇ ਨੂੰ ਕਿਸੇ ਕਿਸਮ ਦਾ ਨੁਕਸਾਨ ਪਹੁੰਚਾਇਆ ਹੋਵੇ, ਪਰ
ਉੱਥੇ ਪਹੁੰਚਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਮੁਸ਼ਕਲ ਗੱਲ ਆ। ਤੇ ਪਰ ਇਸ ਗੱਲ ਨੇ ਇੱਕ ਵਾਰੀ ਸਿਕਿਉਰਿਟੀ ਦੇ ਉੱਤੇ ਸਵਾਲ ਪੈਦਾ ਕਰ ਦਿੱਤੇ ਆ। ਇਹਨੂੰ ਸਿਕਿਉਰਿਟੀ ਬ੍ਰੀਚ ਮੰਨਿਆ ਜਾ ਰਿਹਾ ਔਰ ਬਹੁਤ ਸਿਗਨੀਫੀਕੈਂਸ ਕੰਸਰਨ ਵਾਲਾ ਮਾਮਲਾ ਇਹਨੂੰ ਜਿਹੜੇ ਇਹ ਮੰਨ ਰਹੇ ਆ ਵੀ ਇਹਨੂੰ ਸਧਾਰਨ ਘਟਨਾ ਨਹੀਂ ਮੰਨੀ ਜਾਂਦੀ ਕਿ ਭਾਵੇਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ, ਪਰ ਜਿੱਥੇ ਤੱਕ ਉਹ ਬੰਦਾ ਪਹੁੰਚ ਗਿਆ, ਇੱਥੇ ਤੱਕ ਉਹ ਪਹੁੰਚਿਆ ਕਿੱਦਾਂ, ਇਹਦੀ ਹੁਣ ਜਾਂਚ ਪੜਤਾਲ ਜਿਹੜੀ ਉਹ ਕੀਤੀ ਜਾ ਰਹੀ ਆ। ਤੇ ਜਿਹੜੇ ਜੈਕ ਸੁਲੇਵਨ ਨੇ, ਇਹਨਾਂ ਦੇ ਘਰ ਦੇ ਆਲੇ ਦੁਆਲੇ ਕਿਸ ਕਿਸਮ ਦੀ ਸਿਕਿਉਰਿਟੀ ਆ, ਕੀ ਉੱਥੇ ਕਰਦੇ ਆ। ਕੋਈ ਵੀ ਬੰਦਾ ਜਦੋਂ ਅੰਦਰ ਜਾਂਦਾ ਕਿਸੇ ਵੀ ਪ੍ਰੋਪਰਟੀ ਦੇ ਉੱਤੇ ਤਾਂ ਉਹਨੂੰ ਸੀਕਰਟ ਸਰਵਿਸ ਜਿਹੜੇ ਹੈਗੇ ਆ ਉਹਨੂੰ ਡਿਟੇਨ ਕਰ ਲਿਆ ਜਾਂਦਾ, ਕੁਐਸਚਨ ਕੀਤੇ ਜਾਂਦੇ ਆ ਤੇ ਉਹਨੂੰ ਆਮ ਤੌਰ ਦੇ ਉੱਤੇ ਅਰੈਸਟ ਵੀ ਕਰ ਲਿਆ ਜਾਂਦਾ ਤੇ ਚਾਰਜ ਵੀ ਕੀਤਾ ਜਾਂਦਾ ਵੀ ਉਹਨੂੰ ਟਰੈਸ ਪਾਸਿੰਗ ਦੇ ਲਈ। ਜਿਹੜੇ ਲੋਕ ਇੰਸੀਡੈਂਟ ਦੇ ਨਾਲ ਜਾਣ ਪਛਾਣ ਰੱਖਦੇ ਨੇ ਉਹ ਦੱਸਦੇ ਆ ਕਿ ਉੱਥੇ ਆਉਣ ਤੇ ਜਾਣ ਤੱਕ ਜਿਹੜਾ ਆ ਉੱਥੇ ਉਹਨਾਂ ਦੀ ਪ੍ਰੈਜ਼ੈਂਸ ਉੱਥੇ ਰਹਿੰਦੀ ਆ, ਭਾਵੇਂ ਕਿ ਉਹਨਾਂ ਨੂੰ ਨੁਕਸਾਨ ਨਹੀਂ ਹੋਇਆ। ਪਰ ਇਹਨੇ ਇੱਕ ਵਾਰੀ ਜਿਹੜੇ ਵਾਈਟ ਹਾਊਸ ਤੇ ਨੈਸ਼ਨਲ ਸਿਕਿਉਰਿਟੀ ਅਫੀਸ਼ੀਅਲਸ ਦੀ ਆਪਣੀ ਸਿਕਿਉਰਿਟੀ ਦੇ ਉੱਤੇ ਕਈ ਸਵਾਲ ਪੈਦਾ ਜ਼ਰੂਰ ਕਰ ਦਿੱਤੇ ਆ। ਦੋਸਤੋ, ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਕੱਲ ਦੇ ਮੁੱਦਿਆਂ ਦੇ ਨਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।